ਜਿਸ ਤਰੀਕੇ ਨਾਲ ਸੈਂਟਰ ਨੇ ਹੈਂਡਲ ਕੀਤਾ ਹੈ, ਕੀ ਤੁਸੀਂ ਸੈਟਿਸਫਾਈਡ ਹੋ, ਖੁਸ਼ ਹੋ ਜਿਸ ਤਰੀਕੇ ਨਾਲ ਸੀਐਮਜ਼ ਨੂੰ ਜਾਂ ਸਟੇਟਸ ਨੂੰ ਕਿ ਇਹਦੇ ਵਿੱਚ ਕੌਨਫੀਡੈਂਸ ਦੇ ਵਿੱਚ ਲੈ ਕੇ ਉਹ ਸਾਰਾ ਕਰ ਰਹੇ ਨੇ, ਲਾਕਡਾਊਨ ਜਾਂ ਬਾਕੀ ਸਾਰੇ ਮੈਜਰਸ ਲੈ ਰਹੇ ਨੇ? ਮੇਰੀ ਆਪਣੀ ਸੋਚ ਕੁਛ ਹੋਰ ਹੈ। ਮੇਰੀ ਸੋਚ ਹੈ ਕਿ ਅਸੀਂ ਜਾਣਦੇ ਹਾਂ ਸਾਰੇ ਸਟੇਟ, ਮੈਂ ਜਾਣਦਾ ਆਪਣੇ ਬਾਰੇ, ਖੱਟਰ ਸਾਹਿਬ ਜਾਣਦੇ ਨੇ ਹਰਿਆਣੇ ਬਾਰੇ, ਠਾकुर ਸਾਹਿਬ ਜਾਣਦੇ ਨੇ ਹਿਮਾਚਲ ਬਾਰੇ, ਗਹਿਲੋਤ ਜੀ ਜਾਣਦੇ ਨੇ ਰਾਜਸਥਾਨ ਬਾਰੇ। ਵੀ ਆਰ ਚੀਫ ਮਿਨਿਸਟਰਸ, ਸਾਰੀ ਉਮਰ ਅਸੀਂ ਇਸ ਕੰਮ 'ਚ ਲਾਤੀ। ਸਾਨੂੰ ਆਪਣੇ ਸਟੇਟ ਦਾ ਪਤਾ ਹੈ ਜਾਂ ਕੋਈ ਜੁਆਇੰਟ ਸੈਕਟਰੀ ਜੋ ਬੈਠਾ ਹੋਮ ਮਿਨਿਸਟਰੀ 'ਚ ਜਿਹੜਾ ਉੱਥੋਂ ਐਡਵਾਈਜ਼ਰੀ ਕੱਢੀ ਜਾ ਰਹੀ ਕਿ ਆਹ ਕਰੋ, ਫਲਾਣਾ ਕਰੋ, ਟਿਮਕਾ ਕੱਢੋ, ਦੇ ਡੋਂਟ ਨੋ ਬੈਟਰ ਦੈਨ ਅਸ। ਸਾਡੇ ਤੇ ਇਹ ਗਵਰਨਮੈਂਟ ਆਫ ਇੰਡੀਆ ਨੂੰ ਕਰਨਾ ਚਾਹੀਦਾ ਸੀ, ਈਵਨ ਦੋ ਇਟਸ ਨੈਸ਼ਨਲ ਡਿਜ਼ਾਸਟਰ, ਔਰ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਉਹਨਾਂ ਦੇ ਹੱਥ ਹੁੰਦੀ ਹੈ। ਲੇਕਿਨ ਇਸ ਮਾਹੌਲ ਦੇ ਵਿੱਚ ਜਿਹਨੂੰ ਪਤਾ ਨਹੀਂ ਕਿ ਕਿਹੜਾ ਡਿਜ਼ਾਸਟਰ ਅਸੀਂ ਹੈਂਡਲ ਕਰ ਰਹੇ ਹਾਂ ਔਰ ਕੀ ਚੀਜ਼ ਹੈ, ਇਹ ਸਾਡੇ ਤੇ ਛੱਡਣਾ ਚਾਹੀਦਾ ਸੀ ਕਿ ਅਸੀਂ ਚੀਫ ਮਿਨਿਸਟਰ, ਤੁਸੀਂ ਹੋ ਚੀਫ ਮਿਨਿਸਟਰ, ਤੁਸੀਂ ਸਟੇਟ ਆਪਣੀ ਸਟੇਟ ਨੂੰ ਸਮਝਦੇ ਹੋ, ਤੁਸੀਂ ਆਪਣੇ ਪਲਾਨ ਬਣਾ ਲਓ ਔਰ ਜੋ ਸਾਡੀ ਮਦਦ ਤੁਹਾਨੂੰ ਲੋੜ ਹੈ ਅਸੀਂ ਕਰਨ ਨੂੰ ਥੋੜ੍ਹੀ ਤਿਆਰ ਹੈ। ਦੈਟ ਸ਼ੁੱਡ ਹੈਵ ਬੀਨ ਦ ਪ੍ਰੋਸੈਸ। ਨਹੀਂ ਕਿਸੇ ਨੂੰ, ਹੁਣ ਫਰਜ਼ ਕਰੋ ਜੁਆਇੰਟ ਸੈਕਟਰੀ, ਮੈਂ ਤਾਂ ਇਹ ਵੀ ਨਹੀਂ ਪਤਾ ਆਪਣਾ ਜੁਆਇੰਟ ਸੈਕਟਰੀ ਕੌਣ ਹੈ ਲੁਕਿੰਗ ਆਫਟਰ ਪੰਜਾਬ ਅਫੇਅਰਸ ਇਨ ਹੋਮ ਮਿਨਿਸਟਰੀ। ਅਗਰ ਉਹ ਤਾਮਿਲਨਾਡੂ ਦਾ ਹੈ, ਨਹੀਂ ਇਜ਼ ਨੈਵਰ ਬੀਨ ਟੂ ਪੰਜਾਬ, ਉਹਨੂੰ ਕੈਸੇ ਪਤਾ ਕਿ ਮੇਰੇ ਪੰਜਾਬ ਕੀ ਹੋ ਰਿਹਾ? ਹੁਣ ਪਟਿਆਲਾ ਉਹਨਾਂ ਨੇ ਕਰਤਾ ਕਿ ਪਟਿਆਲਾ ਇਜ਼ ਰੈੱਡ ਜ਼ੋਨ। ਉਹਨਾਂ ਨੂੰ ਪਤਾ ਹੈ ਕਿ ਪਟਿਆਲਾ ਇਜ਼ ਨਾਟ ਅ ਸ਼ਹਿਰ, ਪਟਿਆਲਾ ਇਜ਼ ਅ ਡਿਸਟ੍ਰਿਕਟ, ਔਰ ਉਸ ਡਿਸਟ੍ਰਿਕਟ ਦੇ ਵਿੱਚ ਮੇਰੇ 5 ਸ਼ਹਿਰ ਨੇ, ਇੱਕ ਰਾਜਪੁਰਾ ਹੈ, ਇੱਕ ਸਮਾਣਾ ਹੈ, ਇੱਕ ਸ਼ਤਰਾਣਾ ਹੈ, ਇੱਕ ਨਾਭਾ ਹੈ, ਇੱਕ ਪਟਿਆਲਾ ਹੈ। ਪਟਿਆਲੇ 'ਚ ਅਗਰ ਸਾਡੇ ਕੋਲ ਕੋਵਿਡ ਹੈ ਔਰ ਰਾਜਪੁਰੇ 'ਚ ਕੋਵਿਡ ਹੈ, ਨਾਭੇ 'ਚ ਤਾਂ ਨਹੀਂ, ਸਮਾਣੇ 'ਚ ਤਾਂ ਨਹੀਂ, ਸ਼ਤਰਾਣੇ 'ਚ ਤਾਂ ਨਹੀਂ, ਕਿ ਉਹ ਸ਼ਹਿਰਾਂ ਨੂੰ ਕਿਉਂ ਤੁਸੀਂ ਬੰਦ ਕਰ ਰਹੇ ਹੋ? ਦੇ ਡੋਂਟ ਅੰਡਰਸਟੈਂਡ ਦਿਸ। ਤਾਂ ਹੀ ਮੈਂ ਕਹਿ ਰਿਹਾ ਕਿ ਸਾਨੂੰ ਪਤਾ ਹੈ ਸਾਡੇ ਸੂਬਿਆਂ ਦੇ ਵਿੱਚ ਕੀ ਹੈ ਔਰ ਸਟੇਟਾਂ 'ਤੇ ਛੱਡਣਾ ਚਾਹੀਦਾ। ਪਰ ਉਹਨਾਂ ਨੇ, ਕਿਉਂਕਿ ਕਾਮਨ ਪਰਸੈਪਸ਼ਨ ਤਾਂ ਇਹ ਹੈਗੀ ਕਿ ਚੀਫ ਮਿਨਿਸਟਰ ਦੀ ਮੀਟਿੰਗ ਬੁਲਾਈ ਜਾਂਦੀ ਹੈ, ਚਾਹੇ ਉਹ ਵਰਚੁਅਲ ਹੁੰਦੀ ਹੈ, ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਦਾ ਐਡਰੈਸ ਆਉਂਦਾ ਹੈ, ਪ੍ਰਾਈਮ ਮਿਨਿਸਟਰ ਡਿਸਾਈਡ ਕਰਦੇ ਨੇ, ਤੇ ਇਹ ਫਿਰ ਜਿਹੜੀ ਮੀਟਿੰਗ ਹੁੰਦੀ ਹੈ, ਵਾਟ ਇਜ਼ ਇਟ, ਉਹਦੇ 'ਚ ਕੋਈ ਇੱਦਾਂ ਦੀ ਕੌਨਫੀਡੈਂਸ ਨਹੀਂ ਲਿਆ ਜਾਂਦਾ, ਸੀਐਮ ਨੂੰ ਵਿਊਜ਼ ਨਹੀਂ ਲਏ ਜਾਂਦੇ? ਸਾਨੂੰ ਬੁਲਾਇਆ ਸੀ, 4 ਮੀਟਿੰਗਾਂ ਹੋਈਆਂ ਨੇ ਚੀਫ ਮਿਨਿਸਟਰ ਨਾਲ। ਮੈਨੂੰ ਪਹਿਲੀ ਮੀਟਿੰਗ 'ਚ ਬੁਲਾਇਆ ਸੀ, ਆਈ ਵਾਜ਼ ਨਾਟ ਦੇਅਰ ਇਨ ਸੈਕੰਡ, ਥਰਡ, ਫੋਰਥ, ਸਾਨੂੰ ਨਹੀਂ ਬੁਲਾਇਆ। ਵੱਖ-ਵੱਖ ਸੂਬਿਆਂ ਨੂੰ ਬੁਲਾਉਂਦੇ ਨੇ। ਉਸ ਦੇ ਵਿੱਚ ਇਹ ਸ਼ੁਰੂਆਤ ਹੀ ਹੋਈ ਸੀ ਉਦੋਂ, ਇਹ ਤਾਂ ਮਹੀਨਾ ਡੇਢ ਦੀ ਗੱਲ ਹੈ। ਉਦੋਂ ਅਸੀਂ ਆਪਣੇ ਜਿਹੜੀ ਗੱਲਾਂ ਨੇ ਆਪਾਂ ਉਹਨਾਂ ਨੂੰ ਕਹਿਤੀਆਂ ਸੀਆਂ, ਕੁਛ ਤੇ ਉਹਨਾਂ ਨੇ ਅਮਲ ਕੀਤਾ। ਲੇਕਿਨ 4 ਹਫ਼ਤਿਆਂ ਦੇ ਵਿੱਚ ਤਾਂ ਬਹੁਤ ਕੁਝ ਪੰਜਾਬ 'ਚ ਹੋ ਗਿਆ ਹੈ, ਬਹੁਤ ਚੀਜ਼ਾਂ ਹੋ ਗਈਆਂ। ਸੋ ਦਿਸ ਸ਼ੁਡ ਬੀ ਮੋਰ, ਦੈਟ ਇਜ਼ ਵਾਈ ਆਮ ਸੇਇੰਗ, ਅਸੀਂ ਤਾਂ ਉਰੇ ਅਗਰ ਬੈਠੇ ਹਾਂ, ਅਸੀਂ ਸਵੇਰੇ ਕੁਛ ਐਕਸ਼ਨ ਲੈ ਲੈਂਦੇ ਹਾਂ, ਦੁਪਹਿਰ ਨੂੰ ਕੁਛ ਲੈਂਦੇ ਹਾਂ, ਰਾਤ ਨੂੰ ਕੁਛ ਲੈਂਦੇ ਨੇ, ਅਗਲੇ ਦਿਨ ਕੁਛ ਹੋਰ ਲੈ ਲੈਂਦੇ ਹਾਂ। ਵੀ ਡੋਂਟ ਵੇਟ ਫॉर 1.5 ਮਹੀਨਾ ਕਿ 1.5 ਮਹੀਨੇ ਪਤਾ ਕਰੋ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ। ਦੈਟ ਇਜ਼ ਵਾਈ ਮੈਂ ਕਹਿ ਰਿਹਾ ਕਿ ਇਹ ਚੀਜ਼ਾਂ ਸਟੇਟਾਂ 'ਤੇ ਛੱਡਣੀਆਂ ਚਾਹੀਦੀਆਂ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੁਆਇੰਟ ਸੈਕਟਰੀ ਡਿਸਾਈਡ ਕਰ ਰਿਹਾ ਹੈਗਾ, ਕੀ ਅਲੱਗ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰਨੀਆਂ ਚਾਹੁੰਦੇ ਹੈਗੇ ਹੋ ਤੇ ਜਿਹੜੀਆਂ ਤੁਸੀਂ ਨਹੀਂ ਕਰ ਸਕਦੇ ਹੋ ਬਿਕੋਜ਼ ਦੀ ਜੁਆਇੰਟ ਸੈਕਟਰੀ ਜਿਹੜਾ ਹੈਗਾ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵਿੱਚ ਉਹ ਡਿਸਾਈਡ ਕਰ ਰਹੇ ਹੈਗੇ ਨੇ? ਨਹੀਂ, ਇਟਸ ਨਾਟ ਇਸ਼ੂਜ਼ ਲਾਈਕ ਦਿਸ, ਇਟ ਇਜ਼ ਐਵਰੀ ਡੇ ਐਡਵਾਈਜ਼ਰੀ ਆ ਜਾਂਦੀ ਹੈ, ਰੋਜ਼ ਹੀ ਆ ਜਾਂਦੀ ਹੈ। ਐਂਡ ਸਾਡੀ ਫਿਰ ਅੰਡਰ ਦੀ ਕੌਨਸਟੀਟਿਊਸ਼ਨ, ਅਗਰ ਅੰਡਰ ਜਿਹੜਾ ਇਹ ਐਕਟ ਹੈ ਨੈਸ਼ਨਲ ਡਿਜ਼ਾਸਟਰ ਐਕਟ, ਇਟ ਇਜ਼ ਸਭ ਕੁਛ ਉਹ ਸਾਨੂੰ ਦੱਸਦੇ ਨੇ ਕਰਨਾ ਕੀ ਹੈ। ਕਾਮਾ ਐਂਡ ਫੁੱਲ ਸਟਾਪ ਤੱਕ ਵੀ ਉਹ ਦੱਸਦੇ ਨੇ ਕਿ ਇੱਥੇ ਕੀ ਲੱਗਣਾ ਕੀ ਨਹੀਂ ਲੱਗਣਾ। ਸੋ ਸਾਡੇ ਵਾਸਤੇ ਕੋਈ ਗੱਲ ਨਹੀਂ ਹੈ, ਸਾਡੇ ਹੱਥਾਂ ਦੇ ਵਿੱਚ ਕੁਛ ਨਹੀਂ। ਅਸੀਂ ਤਾਂ ਸਿਰਫ ਵੀ ਹੈਵ ਟੂ ਫੋਲੋ ਐਗਜ਼ੈਕਟਲੀ ਵਾਟ ਦੇ ਆਰ ਡੂਇੰਗ। ਲੇਕਿਨ ਮੇਰੀ ਪ੍ਰੋਬਲਮਸ are different to what are in Nagaland, and Nagaland ਦੀ ਪ੍ਰੋਬਲਮ ਤ੍ਰਿਪੁਰਾ ਨਾਲੋਂ ਫਰਕ ਨੇ, ਔਰ ਤ੍ਰਿਪੁਰਾ ਦੀ ਤੇਲੰਗਾਨਾ ਨਾਲੋਂ ਫਰਕ ਹੈ, ਔਰ ਉਹਨਾਂ ਦੀ ਤਾਮਿਲਨਾਡੂ ਔਰ ਕੇਰਲਾ ਨਾਲੋਂ ਫਰਕ ਹੈ। ਹਾਊ ਡੂ ਵਨ ਸੈਟ ਆਫ ਰੂਲਸ ਕੈਨੋਟ ਅਪਲਾਈ ਟੂ ਸਾਰਿਆਂ ਨੂੰ ਨਹੀਂ ਅਪਲਾਈ ਕਰ ਸਕਦਾ। ਉਹ ਤਾਂ ਸਾਨੂੰ ਆਪਣੇ ਆਪਣੇ ਸੂਬਿਆਂ ਦਾ ਜਿਹੜਾ ਸਾਨੂੰ ਪਤਾ ਹੈ ਦੈਟ ਸ਼ੁੱਡ ਬੀ ਐਪਲੀਕੇਬਲ। ਤੋ ਜੈਸੇ ਮੈਂ ਕਹਿ ਰਿਹਾ ਕਿ ਦਿਸ ਇਸ਼ੂ should be left to states, ਇਹ ਸੈਂਟਰ ਨਹੀਂ ਇਸ ਗੱਲ ਨੂੰ ਕਰ ਸਕਦੀ। ਸੈਂਟਰ ਗਵਰਨਮੈਂਟ, ਮੈਂ ਕਿਤੇ ਰਿਪੋਰਟ ਦੇਖ ਰਿਹਾ ਸੀਗਾ ਕਿ ਤੁਸੀਂ ਯੂ ਆਰ ਨਾਟ ਹੈਪੀ ਕਿ ਇਨਫ ਆਫ ਫਾਈਨੈਂਸ਼ੀਅਲ ਅਸਿਸਟੈਂਸ ਨਹੀਂ ਦਿੱਤੀ ਆ ਰਹੀ ਸੈਂਟਰਲ ਗਵਰਨਮੈਂਟ ਵੱਲੋਂ। ਇਨਫ ਆਫ ਫਾਈਨੈਂਸ, ਵੀ ਹੈਵ ਗੋਟ ਨੋ ਫਾਈਨੈਂਸ਼ੀਅਲ ਅਸਿਸਟੈਂਸ। ਦੈਨ ਕੋਈ ਸਾਡੇ ਕੋਲ ਫਾਈਨੈਂਸ਼ੀਅਲ ਅਸਿਸਟੈਂਸ ਬਿਲਕੁਲ ਹੀ ਨਹੀਂ ਮਿਲੀ ਸਾਨੂੰ ਜਿਹੜੇ ਕਹਿੰਦੇ ਨੇ 72 ਕਰੋੜ ਦਿੱਤਾ, ਦੈਟਸ ਅ ਨੈਸ਼ਨਲ, ਜਿਹੜਾ ਡਿਜ਼ਾਸਟਰ ਰਿਲੀਫ ਵਾਸਤੇ ਹਰ ਸੂਬੇ ਨੂੰ ਹਰ ਸਾਲ ਦੇ ਵਿੱਚ ਨੈਸ਼ਨਲ ਬਜਟ ਦੇ ਵਿੱਚ ਆਉਂਦਾ ਹੈ। that is given to us for disaster management. Disaster management ਦਾ ਕੀ, ਜੈਸੇ ਪਿਛਲੇ ਸਾਲ ਨਦੀ ਦਾ ਬੰਦਾ ਟੁੱਟ ਗਿਆ ਔਰ ਖੇਤ ਭਰ ਗਏ, ਉਹ ਬੰਦੇ ਨੂੰ ਠੀਕ ਕਰਨਾ, ਉਹ ਲੋਕਾਂ ਨੂੰ ਕੰਪਨਸੇਸ਼ਨ ਦੇਣੀ। ਕਿਸੇ ਨਹਿਰ ਦਾ ਕੁਝ ਟੁੱਟ ਜਾਂਦਾ, ਕਿਤੇ ਕਣਕ ਨੂੰ ਅੱਗ ਲੱਗ ਜਾਂਦੀ ਹੈ। ਦੀਜ਼ ਆਰ ਦ ਸੌਰਟ ਆਫ ਡਿਜ਼ਾਸਟਰਸ ਅਸੀਂ ਮੈਨੇਜ ਕਰਦੇ ਹਾਂ। ਕਿਤੇ ਹੜ੍ਹ ਆ ਜਾਂਦਾ, ਆਪਣਾ ਪਚਾੜ ਆ ਜੇ, ਪਿੰਡਾਂ ਦੇ ਪਿੰਡ ਘਰ ਦੇ ਘਰ ਗਿਰ ਜਾਣ, ਦੈਟ ਇਜ਼ ਅ ਡਿਜ਼ਾਸਟਰ ਵਿਚ ਵੀ ਹੈਂਡਲ। ਲੇਕਿਨ ਇਸ ਸਪੈਸੀਫਿਕਲੀ ਕੋਵਿਡ ਵਾਸਤੇ
ਇਹ ਨਹੀਂ ਸਾਡੇ ਕੋਲ, ਵੀ ਡੋਂਟ ਹੈਵ ਦ ਮਨੀ, ਐਂਡ ਸਾਨੂੰ ਉਸ ਵਾਸਤੇ ਨਹੀਂ ਦਿੱਤਾ। ਅਸੀਂ ਰეკਮੈਂਡ ਕੀਤਾ, ਕਈ ਸੁਜੈਸ਼ਨ ਦਿੱਤੇ ਨੇ, ਅਸੀਂ ਬੋਰੋਇੰਗ ਦੀ ਲਿਮਿਟ ਮੰਗੀ ਹੈ, ਕਈ ਚੀਜ਼ਾਂ ਮੰਗੀਆਂ ਨੇ, ਹਾਲੇ ਤੱਕ ਸਾਨੂੰ ਹਾਂ ਨਹੀਂ ਹੋਈ ਉੱਥੋਂ। ਇਹ ਗੱਲ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਦੁਆਰੇ ਸਾਹਿਬ ਤੋਂ ਆਏ ਨੇ, ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਇਹ ਦਿੱਤਾ ਹੈ, ਸਭ ਉਹੀ ਗੱਲਾਂ ਕਰਨ ਦੀਆਂ ਨੇ। ਜਦੋਂ ਬੰਦਾ 2 ਮਹੀਨੇ ਦਾ ਉੱਥੇ ਬੈਠਾ, ਥੋੜ੍ਹਾ ਖਿਆਲ ਉਹ ਨੰਦੇੜ ਸ਼ਹਿਰ 'ਚ ਨਹੀਂ ਗਿਆ, ਵੱਡਾ ਸ਼ਹਿਰ ਹੈ ਨੰਦੇੜ ਦਾ, ਤੋ ਵਾਈ ਯੂ ਬਲੇਮਿੰਗ ਕਿ ਗੁਰਦੁਆਰੇ ਸਾਹਿਬ ਤੋਂ ਸ਼ਰਧਾਲੂ ਆਏ ਸੀ, ਉੱਥੇ ਸ਼ਾਮ ਨੂੰ ਕੋਈ ਚਲੇ ਜਾਂਦਾ ਹੈ, ਕੋਈ ਖਰੀਦਣ ਵਾਸਤੇ, ਕੁਝ ਖਾਣ ਨੂੰ ਜਾਂ ਕੁਝ ਪੀਣ ਨੂੰ, ਸ਼ਹਿਰ ਦੇ ਵਿੱਚ ਉੱਥੋਂ ਇਨਫੈਕਸ਼ਨ ਹੁੰਦੀ ਹੈ। ਫੈਕਟ ਆਫ ਦੀ ਮੈਟਰ ਇਜ਼ ਕਿ ਇੱਥੋਂ ਆਏ, ਅਸੀਂ ਬੱਸਿਸ ਭੇਜੀਆਂ, ਹੁਣ ਕਹਿੰਦੇ ਨੇ ਕਿ ਜੀ ਬੱਸਾਂ ਦੇ ਵਿੱਚ ਏਅਰ ਕੰਡੀਸ਼ਨਿੰਗ 'ਚ ਹੋ ਗਈ। ਹੁਣ ਬੱਸਾਂ ਦੇ ਵਿੱਚ ਏਅਰ ਕੰਡੀਸ਼ਨ ਕੈਸੇ ਹੋ ਸਕਦੀ ਹੈ? ਜਦੋਂ ਤੁਸੀਂ ਕੋਈ ਕਿਸੇ ਨੂੰ ਕੋਵਿਡ ਪੋਜ਼ੀਟਿਵ ਨਿਕਲਦਾ ਹੈ, ਇਟ ਇਜ਼ ਨੋਰਮਲੀ 5ਵੇਂ ਔਰ 7ਵੇਂ ਦਿਨ ਦੇ ਦਰਮਿਆਨ। ਅਗਰ ਅੱਜ ਮੈਨੂੰ ਇਨਫੈਕਸ਼ਨ ਹੋਏ ਤਾਂ ਮੇਰਾ ਪੋਜ਼ੀਟਿਵ ਨਿਕਲੇਗਾ ਬਿਟਵੀਨ 5 and 7 days। ਹਜ਼ੂਰ ਸਾਹਿਬ ਤੋਂ ਉਰੇ ਤੱਕ ਤਾਂ ਮੇਰਾ 3 ਦਿਨ ਤਾਂ ਪਹੁੰਚ ਗਏ ਸੀ ਉਰੇ। ਹਾਊ ਕੈਨ ਇਟ ਕਮ ਫਰੋਮ ਦੀ ਏਅਰ ਕੰਡੀਸ਼ਨਿੰਗ? ਔਰ ਉਰੇ ਆਉਂਦੇ ਸਾਰੇ ਉਹਨਾਂ ਦਾ ਟੈਸਟ ਹੋ ਗਿਆ ਔਰ ਪੋਜ਼ੀਟਿਵ ਨਿਕਲੇ। ਇਹ ਤਾਂ ਕਹਿੰਦੀਆਂ ਗੱਲਾਂ ਨੇ। ਕਿਤੇ ਉਹ ਇਨਫੈਕਸ਼ਨ ਮਹਾਰਾਸ਼ਟਰ ਦੇ ਵਿੱਚ ਬਹੁਤ ਫੈਲੀ ਹੋਈ ਹੈ, ਮਹਾਰਾਸ਼ਟਰ ਸ਼ਹਿਰ ਦੇ ਵਿੱਚੋਂ ਕਿਤੋਂ ਇਹ ਬਿਮਾਰੀ ਨਿਕਲੀ ਹੈ ਔਰ ਵਿਚਾਰੇ ਹੋ ਗਿਆ। ਲੱਕਲੀ ਇਹਨਾਂ ਵਿੱਚੋਂ ਜਿਹੜੇ 1000 ਕੁ ਨੇ, 17-18 ਨੇ ਜਿਹੜੇ ਪੋਜ਼ੀਟਿਵ ਕੇਸਿਸ ਨੇ, ਬਾਕੀ ਤਾਂ ਇਟ ਇਜ਼ ਏਸਿਮਪਟੋਮੈਟਿਕ। ਉਹਨਾਂ ਨੂੰ ਇਹ ਬੜੇ ਸਖਤ ਤਰੀਕੇ ਨਾਲ ਬਿਮਾਰੀ ਨਹੀਂ ਹੈ। ਮਹਾਰਾਸ਼ਟਰ ਸਰਕਾਰ ਨੇ ਕੋਈ ਇਹਦੇ ਬਾਰੇ ਆਪਣੇ ਨਾਲ ਗੱਲ ਕੀਤੀ ਸੀ ਕਿ ਪੰਜਾਬ ਦੇ ਨਾਲ ਕਿ ਉਹਨਾਂ ਦਾ ਕੋਈ ਟੈਸਟ ਕੀਤਾ ਜਾਏਗਾ ਜਾਂ ਸਕਰੀਨਿੰਗ ਕੀਤੀ ਜਾਏਗੀ ਜਾਂ ਉਹਨਾਂ ਦੀ ਟੈਸਟ ਹੋਇਆ, ਜਾਂ ਕੀ ਰਿਐਲਿਟੀ ਕੀ ਹੈਗੀ? ਰਿਐਲਿਟੀ ਇਹ ਹੈ ਕਿ ਸਾਨੂੰ ਦੱਸਿਆ ਗਿਆ ਕਿ ਜਿਹੜੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਹੈ ਮਹਾਰਾਸ਼ਟਰ ਦੀ, ਉੱਥੇ ਨੰਦੇੜ ਦੀ, ਕਿ ਇਹਨਾਂ ਦੇ 3 ਟੈਸਟ ਕਰਾ ਲਏ ਅਸੀਂ ਔਰ ਬਿਲਕੁਲ ਕੋਵਿਡ ਫਰੀ ਨੇ। ਲੇਕਿਨ ਟੈਸਟ ਕੀ ਕੀਤੇ? ਮੱਥੇ 'ਤੇ ਟੈਂਪਰੇਚਰ ਲੈ ਲਿਆ 3 ਵਾਰ। That is not the way of testing. Testing ਤਾਂ ਉਰੇ ਜੈਸੇ ਖੂਨ ਲੈਂਦੇ ਨੇ, ਖੂਨ ਬਲੱਡ ਤੋਂ ਟੈਸਟ ਕਰਕੇ ਕਰੋਨਾ ਟੈਸਟ ਕਰੋ। That only gives you ਕਿ ਤੁਹਾਡਾ ਟੈਂਪਰੇਚਰ ਅਗਰ ਹਾਈ ਹੈ, that means ਤੁਹਾਡੀ ਕੋਈ ਇਨਫੈਕਸ਼ਨ ਹੈ, ਤੁਸੀਂ ਆਪਣੇ ਟੈਸਟ ਕਰਾ ਲਓ। ਲੇਕਿਨ ਇਹ ਕਹਿਣਾ ਕਿ ਅਸੀਂ 3 ਵਾਰ ਟੈਸਟ ਕਰਾ ਲਏ ਤੇ ਦੇ ਡੋਂਟ ਹੈਵ ਕਰੋਨਾ, ਇਹ ਗਲਤ ਸਟੇਟਮੈਂਟ ਸੀ ਉਹਨਾਂ ਦੀ। ਪਿਛਲੇ ਦਿਨਾਂ ਦੇ ਵਿੱਚ ਇੱਕ ਸਪਰਟ ਦੇਖਣ ਨੂੰ ਮਿਲਿਆ, ਇੱਕਦਮ ਜਿਹੜੇ ਮਾਮਲੇ ਨੇ, ਕੇਸਿਸ ਹੈਗੇ ਨੇ, ਉਹ ਵਧੇ ਨੇ। ਕੀ ਕਾਰਨ ਦੇਖਦੇ ਹੋ ਸਰ? ਉਹ ਤਾਂ ਜਦ ਲੋਕ ਬਾਹਰੋਂ ਆਏ ਨੇ ਨਾ, ਅੰਦਰਲਾ ਇੰਟਰਨਲ ਜਿਹੜਾ ਸਾਡਾ ਉਹ ਚੱਲ ਰਿਹਾ ਸੀਗਾ, 7 ਬੰਦਿਆਂ ਤੋਂ ਲੈ ਕੇ 12 ਬੰਦੇ ਡੇਲੀ ਆ ਰਹੇ ਸੀ ਜੋ ਇੰਟਰਨਲ ਸਪਰੈਡ ਹੋ ਰਹੀ ਸੀ। ਲੇਕਿਨ ਪਹਿਲਾਂ 3 ਵਾਰ ਬਾਹਰੋਂ ਆਏ। ਪਹਿਲੀ ਵਾਰ ਤਾਂ ਆਏ ਜਿਹੜੇ ਸਾਡੇ 1,35,000 ਬੰਦਾ ਜਿਹੜਾ ਯੂਰਪ ਵਗੈਰਾ ਤੋਂ ਆਇਆ ਸੀਗਾ, ਆਪਣੇ ਏਅਰਪੋਰਟਸ ਮੋਹਾਲੀ, ਅੰਮ੍ਰਿਤਸਰ ਔਰ ਦਿੱਲੀ, ਉਹਨਾਂ ਦੇ ਵਿੱਚੋਂ ਸ਼ੁਰੂਆਤ ਹੋ ਗਈ ਸੀ ਦੁਆਬੇ ਦੇ ਵਿੱਚ, ਥੋੜ੍ਹਾ ਹੁਸ਼ਿਆਰਪੁਰ, ਥੋੜ੍ਹਾ ਨਵਾਂ ਸ਼ਹਿਰ ਵਗੈਰਾ। ਪਹਿਲੀ ਵਾਰ ਤਾਂ ਇੱਥੋਂ ਆਈ ਸ਼ੁਰੂ 'ਚ। ਉਸ ਤੋਂ ਬਾਅਦ ਫਿਰ ਨਿਜ਼ਾਮੂਦੀਨ ਤੋਂ ਕੁਝ ਬੰਦੇ ਆਏ, ਫਿਰ ਸਾਡੇ ਮਾਨਸਾ, ਸੰਗਰੂਰ ਵਗੈਰਾ ਉੱਧਰਲੇ ਪਾਸੇ ਪਹੁੰਚ ਗਿਆ। ਔਰ ਤੀਸਰੀ ਵਾਰ ਹੁਣ ਜਿਹੜੇ ਆਪਣੇ ਮਹਾਰਾਸ਼ਟਰ ਤੋਂ ਆਏ ਨੇ, 4000 ਬੰਦੇ ਦੇ ਕਰੀਬ ਉੱਥੋਂ ਆਏ ਨੇ, ਉਹਨਾਂ ਦੇ ਨਾਲ ਤਕਰੀਬਨ 1000 ਬੰਦਾ ਉੱਥੇ ਪੋਜ਼ੀਟਿਵ ਆ ਗਿਆ ਉਹਨਾਂ ਦੇ ਵਿੱਚੋਂ। ਸੋ ਉੱਥੇ ਤਾਂ ਇੱਕਦਮ ਸਪਰਟ ਮਾਰੀ ਉੱਪਰ ਨੂੰ। ਔਰ ਦੂਸਰਾ ਫਿਰ ਸਾਡੇ ਕੁਝ ਕਈ ਬੰਦੇ ਫਾਜ਼ਿਲਕਾ ਤੋਂ, ਬਠਿੰਡਾ, ਫਿਰੋਜ਼ਪੁਰ ਤੋਂ, ਜਿਹੜੇ ਰਾਜਸਥਾਨ ਗਏ ਸੀ ਸਰੋਂ ਵੱਢਣ ਲਈ, ਉਹ ਬੰਦੇ ਜਿਹੜੇ ਵਾਪਸ ਆਏ, ਉਹਨਾਂ ਤੋਂ ਵੀ ਕੁਝ ਪੋਜ਼ੀਟਿਵ ਨਿਕਲੇ। ਕੁਝ ਕੋਟਾ ਦੇ ਵਿੱਚ ਜਿਹੜੇ ਸਾਡੇ ਸਟੂਡੈਂਟ ਗਏ ਹੋਏ ਸੀ ਕੋਈ ਕੋਰਸਿਸ ਵਗੈਰਾ ਕਰਨ ਲਈ, ਉਹਨਾਂ ਤੋਂ ਵੀ ਪੋਜ਼ੀਟਿਵ ਨਿਕਲੇ। ਸੋ ਜਿਹੜਾ ਕੁਝ ਆਇਆ ਅੰਦਰ, ਇਹ ਬਾਹਰੋਂ ਆਇਆ, ਜਿਹਦੇ ਨਾਲ ਸਪਰਟ ਆਈ ਹੈ। ਇੰਟਰਨਲ ਜਿਹੜਾ ਹੈ ਸਾਡੇ ਕੰਟਰੋਲਸ ਬੜੇ ਸਖਤ ਰਹੇ ਨੇ ਔਰ ਅੰਦਰੂਨੀ ਇੰਨਾ ਫੈਲਿਆ ਨਹੀਂ ਕੰਮ। ਇਹ ਬਾਹਰੋਂ ਹੀ ਜਿਹੜਾ ਕੁਝ ਹੋਇਆ ਉੱਥੋਂ ਹੋਇਆ, ਲੇਕਿਨ ਫਿਰ ਵੀ ਉਹਨਾਂ ਨੂੰ ਅੰਡਰ ਕੰਟਰੋਲ ਲਿਆ ਰਿਹਾ ਸੀ ਇਸ ਵੇਲੇ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਨੂੰ ਕਿ ਬਹੁਤ ਲੋਕ ਹਾਲੇ ਆਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ, ਸਾਡੇ ਪੰਜਾਬੀ, ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਗਲੇ ਮਹੀਨੇ ਦੇ ਵਿੱਚ ਤਕਰੀਬਨ 40,000 ਬੰਦਾ ਬਾਹਰੋਂ ਆ ਜਾਊਗਾ। ਕੁਝ ਹਿੰਦੁਸਤਾਨ ਦੇ ਦੂਜੇ ਸੂਬਿਆਂ 'ਚੋਂ, ਕੁਝ ਵਿਦੇਸ਼ਾਂ ਤੋਂ, ਜਿਹੜੇ ਗਵਰਨਮੈਂਟ ਆਫ ਇੰਡੀਆ ਹੁਣ ਇਹਨਾਂ ਨੂੰ ਫਲਾਈ ਕਰਕੇ ਲਿਆ ਰਹੀ ਹੈ ਇੱਥੋਂ ਬਾਹਰੋਂ। ਸੋ ਉਹ ਪੰਜਾਬੀ ਜ਼ਰੂਰ ਉਹਨਾਂ ਦੇ ਵਿੱਚ, ਸੋ ਅਸੀਂ ਐਸਟੀਮੇਟ ਕਰਦੇ ਹਾਂ ਰਫਲੀ ਕਿ ਤਕਰੀਬਨ 40,000 ਬੰਦਾ ਉੱਥੋਂ ਆਊਗਾ ਜੀ। ਸੋ ਉਹ ਕਿੰਨਾ ਲਿਆਉਣਗੇ ਨਹੀਂ ਮੈਂ ਕਹਿ ਸਕਦਾ ਜੀ। 40,000 ਤਾਂ ਤੁਸੀਂ ਐਸਟੀਮੇਟ ਕਰ ਰਹੇ ਹੋ, ਇੰਨੇ ਬੰਦੇ ਆਉਣਗੇ ਤਾਂ ਕਿਵੇਂ ਦੀਆਂ ਪ੍ਰੈਪਰੇਸ਼ਨ ਹੈਗੀਆਂ ਨੇ ਸਾਡੀਆਂ? ਵਾਟ ਇਜ਼ ਦੀ ਪ੍ਰੈਪਰੇਸ਼ਨ? ਜਿਹੜੀ ਆਪਾਂ ਜੇ ਗੱਲ ਕਰੀਏ ਨੰਬਰ ਆਫ ਬੈਡਸ, ਆਈਸੋਲੇਸ਼ਨ ਵਾਰਡਸ, ਵੈਂਟੀਲੇਟਰਸ, ਸਾਡੀ ਕੀ ਤਿਆਰੀ ਹੈਗੀ ਹੈ? ਅਸੀਂ 4 ਫੇਜ਼ਸ ਦੇ ਵਿੱਚ ਤਿਆਰੀ ਰੱਖੀ ਹੈ। ਪਹਿਲਾਂ ਤਾਂ 2,500 ਬੰਦੇ ਤੱਕ ਜਿਹੜਾ ਇਨਟੂ ਮੈਡੀਕਲ ਟ੍ਰੀਟਮੈਂਟ ਵਗੈਰਾ ਸਾਡੇ ਬੈਡਸ ਰੱਖਣੇ ਪੈਣਗੇ। ਦੂਜੇ 'ਚ ਅਸੀਂ ਉਹਨਾਂ ਨੂੰ 5,000 ਤਾਂ ਉੱਥੇ ਬਣਾਇਆ ਕਿ 5,000 ਬੈਡਸ ਹੋਣਗੇ। ਐਂਡ ਆਲਸੋ ਦੇ ਵਿਲ ਬੀ ਜਿਹੜੇ ਆਪਣੇ ਹੋਮ ਕੁਆਰੰਟੀਨ ਜਾਂ ਦੂਜੇ ਕੁਆਰੰਟੀਨ ਵਿੱਚ ਰੱਖਣੇ, ਉਹ ਵੱਖ-ਵੱਖ, ਬਟ ਹਸਪੀਟਲ ਦੇ ਵਿੱਚ 5,000 ਬੈਡਸ ਦੇ ਕਰੀਬ ਕੀਤਾ ਹੈ। 3rd ਫੇਜ਼ ਦੇ ਵਿੱਚ ਅਸੀਂ 20,000 ਬੈਡਸ ਦੀ ਗੱਲ ਕਰ ਰਹੇ ਹਾਂ। ਵੀ ਆਰ ਏਅਰ ਮਾਰਕਡ, ਜਿੱਥੇ ਅਸੀਂ ਬੈਡਸ ਕਰਕੇ ਹਸਪੀਟਲ ਬਣਾਉਣਾ ਚਾਹੁੰਦੇ ਹਾਂ। ਐਂਡ ਦੈਨ ਉਸ ਤੋਂ ਬਾਅਦ ਵਾਹਿਗੁਰੂ ਕਰੇ ਬਸ ਉੱਥੇ ਹੀ ਰਹੇ, ਨਹੀਂ ਤਾਂ 4th ਫੇਜ਼ ਦੇ ਵਿੱਚ ਤਾਂ ਅਸੀਂ ਵੀ ਆਰ ਡੂਇੰਗ ਕੁਆਇਟ ਅ ਲੋਟ।
ਆਫ ਏਅਰ ਮਾਰਕਿੰਗ ਕਿ ਕਿੱਥੇ ਸਾਨੂੰ ਬੰਦੇ ਲਿਜਾਣੇ ਪੈਣਗੇ ਅਗਰ ਇਹ ਪ੍ਰੋਬਲਮ ਆਵੇ। ਮੈਂ ਇਸ ਲਈ ਕਹਿ ਰਿਹਾ ਕਿ ਨਹੀਂ, ਇਹ ਨਹੀਂ ਮੈਂ ਸੁਜੈਸਟ ਕਰ ਰਿਹਾ ਕਿ ਪੰਜਾਬ ਦੇ ਵਿੱਚ ਇਹ ਗੱਲ ਹੋਣੀ ਹੈ, ਲੇਕਿਨ ਜਿਸ ਤਰੀਕੇ ਨਾਲ ਦੁਨੀਆ ਦੇ ਵਿੱਚ ਜਾ ਰਹੀ ਹੈ ਔਰ ਦੁਨੀਆ ਦੇ ਵਿੱਚ ਫੈਲ ਰਹੀ ਹੈ, ਅਮਰੀਕਾ ਹੋਇਆ, ਕੈਨੇਡਾ ਹੋਇਆ, ਯੂਰਪ ਦੇ ਮੁਲਕ ਹੋਏ ਜਾਂ ਸਾਰੇ ਕਿਤੇ ਹੋਰ ਹੋਏ, ਇਟ ਕਾਂਟ ਬੀ ਕਿ ਹਿੰਦੁਸਤਾਨ ਇਸ ਤੋਂ ਬਾਹਰ ਰਹਿ ਜੂ। ਦੇਅਰਫੋਰ ਵਾਹਿਗੁਰੂ ਕਰੇ ਨਾ ਹੋਏ, ਲੇਕਿਨ ਅਗਰ ਹੋਏ ਤਾਂ ਸਾਨੂੰ ਤਿਆਰੀ ਰੱਖਣੀ ਪਊਗੀ। ਕਿਵੇਂ ਕੀ ਪਲਾਨ ਕਰ ਰਹੇ ਹੈਗੇ ਹੋ, ਕਿਵੇਂ ਸਟੇਟ ਨੂੰ ਕਰਫਿਊ ਦੇ ਵਿੱਚੋਂ, ਲੋਕਡਾਊਨ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਹੈਗੀ, ਕੀ ਪਲਾਨ ਹੈਗੇ ਤੁਹਾਡੇ? ਅਸੀਂ ਇੱਕ 20 ਮੈਂਬਰ ਕਮੇਟੀ ਬਿਠਾਈ ਸੀ ਵਿਦ ਸੀਨੀਅਰ ਡਾਕਟਰਸ, ਸੀਨੀਅਰ ਐਡਮਿਨਿਸਟ੍ਰੇਟਰਸ, ਸੀਨੀਅਰ ਬਿਜ਼ਨਸ ਇੰਡਸਟਰੀ ਵਗੈਰਾ, ਦੱਸਣ ਨੂੰ ਕਿ ਅਸੀਂ ਇਸ ਕਰਫਿਊ ਤੋਂ, ਲੋਕਡਾਊਨ ਤੋਂ ਕੈਸੇ ਨਿਕਲੀਏ। ਉਹਨਾਂ ਨੇ ਕੁਝ ਸੁਝਾਅ ਦਿੱਤੇ ਨੇ, ਉਸ ਸੁਝਾਅ ਦੇ ਮੁਤਾਬਿਕ ਅਸੀਂ ਚੱਲ ਰਹੇ ਹਾਂ। ਹੁਣ ਅਸੀਂ 5-6 ਘੰਟੇ ਖੋਲ੍ਹ ਦਿੱਤੇ ਕਿ ਲੋਕ ਬਾਹਰ ਜਾ ਸਕਣ, ਕਿਉਂਕਿ ਡਾਕਟਰਸ ਨੇ ਕਿਹਾ ਸੀ ਸਾਈਕੋਲੋਜੀਕਲ ਇੰਪੈਕਟ ਹੋ ਜੂ ਬੰਦਿਆਂ 'ਤੇ ਅਗਰ ਬਾਹਲੀ ਦੇਰ ਆਪਾਂ ਨੇ, ਔਰ 40 ਦਿਨ ਹੋ ਗਏ ਸੀ ਲੋਕਾਂ ਨੂੰ ਅੰਦਰ ਬੈਠੇ ਨੂੰ। ਸੋ ਅਸੀਂ ਉੱਥੋਂ ਖੋਲ੍ਹਤਾ, ਅਸੀਂ ਇੰਡਸਟਰੀ ਥੋੜ੍ਹੀ ਸ਼ੁਰੂ ਕਰਤੀ ਤਾਂ ਕਿ ਕੁਝ ਬੰਦਿਆਂ ਦੀ ਆਕੂਪੇਸ਼ਨ ਵੀ ਹੋ ਜਾਏ। ਸੋ ਐਸਾ ਐਸਾ ਉਸ ਪਲਾਨ ਦੇ ਮੁਤਾਬਿਕ ਅਸੀਂ ਚੱਲ ਰਹੇ ਹਾਂ ਜੀ। ਤੇ ਕਦੋਂ ਤੱਕ ਉਮੀਦ ਕੀਤੀ ਜਾ ਸਕਦੀ ਹੈ ਕਿ ਲੋਕਡਾਊਨ ਦੇ ਬਾਅਦ ਅਸੀਂ ਸਟੇਟ ਜਿਹੜੀ ਪੰਜਾਬ ਹੈਗੀ ਉਹ ਲਿਆ ਆ ਸਕਦੀ ਬਾਹਰ? ਕਾਂਟ ਸੇ ਐਨੀਥਿੰਗ। ਤੁਸੀਂ ਨਹੀਂ ਕਹਿ ਸਕਦੇ, ਮੈਂ ਨਹੀਂ ਕਹਿ ਸਕਦਾ, ਕੋਈ ਡਾਕਟਰ ਨਹੀਂ ਕਹਿ ਸਕਦਾ, ਕੋਈ ਸਾਇੰਟਿਸਟ ਨਹੀਂ ਕਹਿ ਸਕਦਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਬਿਮਾਰੀ ਕੀ ਹੈ। ਅਸੀਂ ਜੀ ਸਾਹਿਬ ਕੋਈ ਗੱਲ ਕੀਤੀ ਸੀ ਇੰਡਸਟਰੀਜ਼ ਨਾਲ, ਉਹਨਾਂ ਦਾ ਇਹ ਕਹਿਣਾ ਕਿ ਦੋ ਚੀਜ਼ਾਂ ਸਾਈਮਲਟੇਨੀਅਸਲੀ ਹੋਈ। ਇੱਕ ਪਾਸੇ ਤਾਂ ਗਵਰਨਮੈਂਟ ਲੋਕਡਾਊਨ ਦੀ ਰਿਸਟ੍ਰਿਕਸ਼ਨਸ ਖਤਮ ਕਰ ਰਹੀ ਹੈ, ਈਜ਼ ਹੋ ਰਹੇ ਨੇ। ਦੂਜੇ ਪਾਸੇ ਮਾਈਗ੍ਰੈਂਟਸ ਨੂੰ ਕਹਿਤਾ ਕਿ ਤੁਸੀਂ ਰਜਿਸਟਰ ਕਰੋ ਤੇ ਆਪਣੇ ਘਰ ਜਾਓ। ਉਹਨਾਂ ਦਾ ਕਹਿਣਾ ਕਿ ਇਹ ਦੋਵੇਂ ਚੀਜ਼ਾਂ ਸਾਈਮਲਟੇਨੀਅਸਲੀ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ। ਕੈਸੇ ਰੋਕ ਸਕਦੇ ਆਪਾਂ? ਇਹ ਫ੍ਰੀ ਕੰਟਰੀ ਹੈ, ਦਿਸ ਇਜ਼ ਅ ਫ੍ਰੀ ਕੰਟਰੀ, ਇਹਦੀ ਡੈਮੋਕ੍ਰੇਸੀ ਹੈ, ਸਾਰਿਆਂ ਨੂੰ ਰਾਈਟ ਹੈ ਜਿੱਥੇ ਮਰਜ਼ੀ ਜਾਣ। ਅਗਰ ਮੇਰੀ ਲੇਬਰ ਕੋਈ, ਇਹ ਬੌਂਡਡ ਲੇਬਰ ਤਾਂ ਨਹੀਂ, ਇਹ ਕੋਈ ਲੇਬਰ ਇੱਥੇ ਕੋਈ ਡਿਕਟੇਟਰਸ਼ਿਪ ਤਾਂ ਨਹੀਂ ਕਿ ਅਸੀਂ ਕਹੀਏ ਲੇਬਰ ਨੂੰ ਕਿ ਨਹੀਂ ਤੁਸੀਂ ਉਰੇ ਬੈਠੇ ਰਹੋ। ਇਹ ਤਾਂ ਉਹਨਾਂ ਦੀ ਮਰਜ਼ੀ ਹੈ। ਅਗਰ ਉਹ ਆਪਣਾ ਘਰ ਜਾਣਾ ਚਾਹੁੰਦੇ ਅਸੀਂ ਕੈਸੇ ਰੋਕ ਸਕਦੇ ਹਾਂ? ਅਸੀਂ ਉਹਨਾਂ ਸਾਡੇ ਵਾਸਤੇ ਬੜੇ ਸਾਲਾਂ ਕੰਮ ਕੀਤਾ ਉਰੇ, ਐਗਰੀਕਲਚਰ ਵਿੱਚ ਵੀ ਔਰ ਇੰਡਸਟਰੀ ਵਿੱਚ ਵੀ। ਅਗਰ ਉਹ ਜਾਣਾ ਚਾਹੁੰਦੇ ਨੇ ਜਾਣ। ਮੈਂ ਤਾਂ ਸਮਾਂ ਇੰਡਸਟਰੀ ਨੂੰ ਕਿਹਾ ਸੀ, ਮੈਂ ਕਿਹਾ ਤੁਸੀਂ ਬਈ ਆਪਣੀ ਇੰਡਸਟਰੀ ਨੂੰ, ਆਪਣੀ ਲੇਬਰ ਨੂੰ ਸਾਂਭੋ, ਆਪਣੇ ਘਰਾਂ ਉੱਥੇ ਫੈਕਟਰੀਆਂ ਦੇ ਵਿੱਚ ਬਿਠਾਓ, ਉਹਨਾਂ ਨੂੰ ਉੱਥੇ ਰੋਟੀ ਦਿਓ, ਉਹਨਾਂ ਨੂੰ ਵੇਜਸ ਵੀ ਦਿਓ। ਔਰ ਕਈਆਂ ਨੇ ਕੀਤੀ, ਲੇਕਿਨ ਇਹ 2,52,000 ਦੇ ਵਿੱਚੋਂ ਸਿਰਫ 700 ਇੰਡਸਟਰੀ ਹੈ ਸਾਡੀ ਵੱਡੀ ਜਿਨ੍ਹਾਂ ਨੇ ਸਾਂਭ ਕੇ ਕੁਛ ਰੱਖੀ ਹੈ, ਛੋਟਿਆਂ ਨੇ ਨਹੀਂ ਰੱਖੀ। ਔਰ ਉਹ ਲੋਕ ਨੇ ਜਿਹੜੇ ਹੁਣ ਤੁਰ ਰਹੇ ਸੀ, ਲੇਕਿਨ ਉਹਨਾਂ ਵਿੱਚੋਂ ਵੀ ਜਦ ਤੋਂ ਟ੍ਰੇਨ ਜਾਣ ਲੱਗੀ 35% ਨੇ ਕਿਹਾ ਅਸੀਂ ਨਹੀਂ ਜਾਣਾ। ਦੈਟ ਮੀਨਸ ਤਕਰੀਬਨ 6.5-7 ਲੱਖ ਤਾਂ ਲੇਬਰ ਰਹੇਗੀ ਉਰੇ 13 ਲੱਖ ਵਿੱਚੋਂ। ਐਂਡ ਸਾਡੇ ਇਲਾਵਾ ਜਿਹੜੇ ਸਾਡੇ ਆਪਣੇ ਪੰਜਾਬੀ ਲੇਬਰ ਆ, ਉਹਨਾਂ ਤੋਂ ਇਲਾਵਾ ਸਾਡੇ ਜਿਹੜੇ ਟੋਟਲ ਠੇਕੇ ਨੇ ਉਹਨਾਂ 'ਚ ਸਾਰੇ ਆਪਰੇਟ ਕਰਨਗੇ। ਆਖਿਰਕਾਰ ਇਹਨੇ ਆਪਰੇਟ ਹੀ ਕਰਨਗੇ, ਉਹ ਫਿਰ ਕਮਾਉਣਗੇ ਕੀ? ਦੇ ਹੈਵ ਟੂ ਉਹਨਾਂ ਨੂੰ ਕਮਾਉਣਾ ਪਊ। ਸੋ ਇਹ ਜਿਹੜੀਆਂ ਗੱਲਾਂ ਨੇ, ਦਿਸ ਇਜ਼ ਸਮਥਿੰਗ ਦੈਟ ਮੈਂ ਇਹਦੇ 'ਚ ਕੁਛ ਫਰੋਮ ਦੈਟ ਐਂਗਲ ਨਹੀਂ, ਮੈਨੂੰ ਕੋਈ ਡਰ ਕੇ ਇਹ ਨਹੀਂ ਹੋਣਾ। ਲੇਕਿਨ ਜਿਹੜਾ ਅਸੀਂ ਮੰਗਿਆ ਕਿਸ ਵਾਸਤੇ, ਕਿਉਂਕਿ ਮੇਰੇ ਕੋਲ 2 ਮੇਜਰ ਰੈਵਨਿਊਜ਼ ਨੇ। ਇੱਕ GST ਹੈ, ਉਹ ਨਹੀਂ ਆ ਰਹੀ ਸੀ, ਮੇਰਾ 4,400 ਰੁਪਏ 4,400 ਕਰੋੜ ਹਾਲੇ ਪੈਂਡਿੰਗ ਪਿਆ ਹੈ ਗਵਰਨਮੈਂਟ ਦੇ ਕੋਲ। ਔਰ ਦੂਜੀ ਮੇਰੇ ਰੈਵਨਿਊ ਸੀ 6,200 ਸਾਲ 'ਚ ਐਕਸਾਈਜ਼ ਰੈਵਨਿਊ, ਜੋ ਲਿਕਰ ਦੀ ਰੈਵਨਿਊ ਹੈ। ਅਗਰ ਤੁਸੀਂ GST ਨਹੀਂ ਦੇ ਰਹੇ ਔਰ ਮੈਨੂੰ ਐਕਸਾਈਜ਼ ਨਹੀਂ ਚਲਾਉਣ ਦੇ ਰਹੇ, ਫਿਰ ਮੈਂ ਪੈਸਾ ਕਿੱਥੋਂ ਲਿਆਉਂਗਾ? ਕੈਸੇ ਚਲਾਵਾਂਗੇ ਸੁਬਾ? ਤੁਸੀਂ ਦੇਣ ਵਾਲੇ ਹੋ ਕੁਝ ਕੰਟਰੈਕਟਰਸ ਨੂੰ? ਇੱਦਾਂ ਦੀ ਕੋਈ ਚੀਜ਼ ਸੋਚੀ ਜਾ ਰਹੀ ਹੈ? ਲਿਕਰ ਕੰਟਰੈਕਟ कैबिनेट ने फैसला करना है, आई कांट कमेंट ऑन इट। है तो मेरा महकमा, लेकिन फाइनल डिसीजन तो कैबिनेट का होएगा। वी विल डिसाइड एंड सी वॉट हैज़ टू बी डन, बिकॉज जी उन्होंने सफ़र की है लॉकडाउन के वो भी असी टेक इन टू कंसिडरेशन करांगे। बट इट हैज़ टू बी, कुछ सूबे कर रहे हैं, असी भी वो नाल ही चलांगे। कोई कोविड सैस या कोरोना सैस लाने की भी गल चल रही है, इदां कोई एक्स्ट्रा कोई टैक्सेस लाने का भी प्लान चल रहा है पंजाब दे विच? गल ये है कि पहला तुसीं अपना टारगेट है 6,200 करोड़, ਪਹਿਲਾਂ 6,200 ਕਰੋੜ ਤੱਕ ਪਹੁੰਚੀ ਹੈ, ਫਿਰ ਹੀ ਆਪਾਂ ਸੈਸ ਦੀ ਗੱਲ ਕਰੀਏ। ਇਸ ਵੇਲੇ ਤਾਂ ਉੱਥੇ ਪਹੁੰਚਣਾ ਸਾਡੇ ਵਾਸਤੇ ਮੁਸ਼ਕਿਲ ਹੋ ਜੂ। ਲੈਟ ਅਸ ਫਸਟ ਗੋ ਬਾਏ। ਇਹ ਜਿਹੜੀਆਂ ਯਾਦ ਰੱਖਣ ਵਾਲੀਆਂ ਗੱਲਾਂ ਨੇ, ਅਸੀਂ ਬੈਠੇ ਹਾਂ ਉਰੇ, ਚੰਡੀਗੜ੍ਹ 'ਚ ਐਲਕੋਹਲ ਦੀ ਪ੍ਰਾਈਸਿਸ ਘੱਟ ਨੇ, ਹਿਮਾਚਲ 'ਚ ਘੱਟ ਨੇ, ਹਰਿਆਣੇ 'ਚ ਘੱਟ ਨੇ, ਰਾਜਸਥਾਨ 'ਚ ਘੱਟ ਨੇ। ਅਗਰ ਤੁਸੀਂ ਵਧਾਈ ਜਾਓਗੇ ਜਾਂ ਸੈਸ ਲਾਈ ਜਾਓਗੇ ਤਾਂ ਕੌਣ ਖਰੀਦੂਗਾ ਤੁਹਾਡੀ? ਇੱਧਰ ਆ ਕੇ ਖਰੀਦ ਲੈਣਗੇ ਜਾਂ ਉੱਧਰ ਚਲੇ ਜਾਣਗੇ ਖਰੀਦਣ ਨੂੰ। ਡੋਰ ਟੂ ਡੋਰ ਡਿਲੀਵਰੀ ਜਾਂ ਆਨਲਾਈਨ ਜਿਹੜੀ ਡਿਲੀਵਰੀ ਹੈ ਉਹ ਵੀ ਸ਼ੁਰੂ ਕਰ ਰਹੇ ਹੈਗੇ ਲਿਕਰ ਦੀ। ਇਹ ਕਈ ਕੁਆਟਰਸ ਨੇ ਪ੍ਰੇਜ਼ ਵੀ ਕੀਤੀ ਹੈ, ਬਟ ਕਿਤੇ ਇਹਦੀ ਆਪੋਜੀਸ਼ਨ ਵੀ ਹੋ ਰਹੀ ਹੈ। ਤੁਹਾਡੀ ਆਪਣੀ ਪਾਰਟੀ ਦੇ ਕੁਝ ਲੀਡਰ ਨੇ ਉਹਨੂੰ ਅਪੋਜ਼ ਕੀਤਾ ਹੈਗਾ। ਅਕਾਲ ਤਖਤ ਜਥੇਦਾਰ ਨੇ ਵੀ ਕਿਹਾ ਕਿ ਡੋਮੈਸਟਿਕ ਵਾਇਲੈਂਸ ਵੱਧ ਸਕਦੀ ਹੈਗੀ ਹੈ। ਮੇਰੀ ਕੰਮ ਹੈ ਆਪਣੀ ਰੈਵਨਿਊ ਮੇਨਟੇਨ ਕਰਨਾ। आई एम नॉट लुकिंग एट एनीथिंग एल्स। मैं अपनी डिसीजन है मेरा कि अगर ऑनलाइन हो सकती है, ऑनलाइन नहीं असी कही, असी क्या होम डिलीवरी हो सकती है और ਉਹਦੇ ਨਾਲ पंजाब का रेवन्यू बढ़ सकता है। वी विल डू इट। ये मैं कह चुके हैं।
ਰੈਵਨਿਊ ਵਧਾਉਣਾ ਹੈ। ਅਗਰ ਰੈਵਨਿਊ ਮੇਰਾ ਸਾਰਾ ਮੈਂ ਘਟਾਈ ਜਾਵਾਂਗਾ ਤਾਂ ਫਿਰ ਮੈਂ ਸਟੇਟ कैसे ਚਲਾਵਾਂਗਾ। ਮੈਂ ਤਾਂ ਇਹ ਹਾਲਾਤ ਇਹ ਬਣ ਜਾਣਗੇ ਕਿ ਅਸੀਂ ਆਪਣੇ ਕਮਿਟਡ ਰੈਵਨਿਊ ਕਮਿਟਡ ਐਕਸਪੈਂਡੀਚਰ ਵੀ ਨਹੀਂ ਸਾਡੀ ਪੂਰੀ ਹੋਣੀ।